ਰੋਗਨ ਤੇ ਆਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵੈ। ਸਤਰ ਅਨੇਕ ਚਲਾਵਤ ਕਾਵਤ ਤਨ ਏਕ ਨਾ ਲਾਗਨ ਪਾਵੈ। ਰਾਖਤ ਹੈ ਆਪਨੋ ਘਰ ਦੈ ਕਰ ਪਾਪ ਸੰਬੂਹ ਨਾ ਭੇਟਨ ਪਾਵੈ। ਔਰ ਕੀ ਬਾਤ ਕਹਾ ਕਹਿ ਤੋ ਸੋ ਪੇਟ ਹੀ ਕੇ ਪਟ ਬੀਜ ਬਚਾਵੈ। ਸਗਲ ਦਵਾਰ ਕੋ ਛਾੜ ਕੇ ਗਹਿਓ ਤੁਹਾਰੋ ਦਵਾਰ। ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਵਾਹਿਗੁਰੂ ਸਾਹਿਬ ਜੀ। ਜਾ ਭਗਵਤ ਅਕਾਰ ਮਕਾਰ ਰਕਾਰ ਅਕਸਰਾਨੀ। ਨਮਸਤੁਭਯੰ 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 ਨਮੋ ਨਮః। ਜਾ ਭਗਵਤ ਅਕਾਰ ਮਕਾਰ ਰਕਾਰ ਅਕਸਰਾਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਜੀ ਦੀ ਮਹਾਨ ਕਿਰਪਾ ਦੇ ਨਾਲ ਮਹਾਨ ਮਹਾਂਪੁਰਖ ਸ਼੍ਰੀਮਾਨ ਸੰਤ ਬਾਬਾ ਠਾਕੁਰ ਸਿੰਘ ਸਾਹਿਬ ਜੀ, ਤਿਨਾਂ ਦੀ ਯਾਦ ਵਿੱਚ ਬਣੇ ਹੋਏ ਪਾਵਨ ਗੁਰਮਤਿ ਵਿਦਿਆਲੇ ਕੈਰੋਂ ਵਿਖੇ ਬੈਠ ਕਰਕੇ ਸੱਚੇ ਪਾਤਸ਼ਾਹ ਜੀ ਦੀ ਪਾਵਨ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰਦੇ ਪਏ ਹੋ। ਆਪ ਗੁਰੂ ਕੀਆਂ ਸਿੱਖ ਸੰਗਤਾਂ ਸ਼੍ਰੀ ਸਰਬਲੋਹ ਕਵਚ ਦੀ ਕਥਾ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਸਰਵਣ ਕਰਦੀਆਂ ਪਈਆਂ ਹੋ। ਕਵਚ ਦਾ ਅਰਥ ਹੁੰਦਾ ਇਹ ਰੱਖਿਆ ਮੰਤਰ। ਇਹ ਰੱਖਿਆ ਮੰਤਰ ਹੈ ਜਿਹਨੂੰ ਪੜ੍ਹਨ ਦੇ ਨਾਲ ਸਰਬਲੋਹ ਜੀ ਮਿਹਰਾਂ ਵਰਤਾਉਂਦੇ ਹਨ, ਰੱਖਿਆ ਕਰਦੇ ਨੇ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਤਿਨਾਂ ਨੇ ਅਕਾਲ ਉਸਤਤ ਦੇ ਵਿੱਚ ਇੱਕ ਸਵਈਆ ਉਚਾਰਨ ਕੀਤਾ ਏ, ਰੋਗਣ ਤੇ ਅਰ ਸੋਗਣ ਤੇ ਜਲ ਜੋਗਣ ਤੇ ਬਹੁ ਭਾਂਤ ਬਚਾਵੈ। ਮਹਾਰਾਜ ਕਲਗੀਧਰ ਜੀ ਜਿਸ ਵਕਤ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅਭੇਦ ਹੋਏ, ਸੱਚਖੰਡ ਜਾਣ ਦਾ ਸਮਾਂ ਆਇਆ ਤੇ ਮਹਾਰਾਜ ਸਾਹਿਬ ਜੀ ਨੇ ਇਹ ਸਵਈਏ ਦਾ ਬਹੁਤ ਪਾਠ ਕੀਤਾ। 2-4 ਦਿਨ ਪਹਿਲਾਂ ਹੀ ਮਹਾਰਾਜ ਸਾਹਿਬ ਜੀ ਇਹ ਸਵਈਆ ਪੜ੍ਹਦੇ ਰਹੇ। ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜਾਈਏ, ਉੱਥੇ ਮਹਾਰਾਜ ਕਲਗੀਧਰ ਜੀ ਦੇ ਸੱਚਖੰਡ ਜਾਣ ਦੀ ਸਾਖੀ ਹੈ। ਉਹਦੇ ਵਿੱਚ ਲਿਖਿਆ ਵੀ ਮਹਾਰਾਜ ਸਾਹਿਬ ਜੀ ਨੇ ਬੜਾ ਜਾਪ ਕੀਤਾ ਤੇ ਆਪਣੇ ਗੁਰੂ ਕੇ ਖਾਲਸੇ ਨੂੰ ਮਹਾਰਾਜ ਸਾਹਿਬ ਜੀ ਨੇ ਹੁਕਮ ਵੀ ਕੀਤਾ ਹੈ, ਮੇਰੇ ਗੁਰੂ ਖਾਲਸਾ ਜੀ, ਤੁਹਾਡੇ ਉੱਪਰ ਵੱਡੀ ਤੋਂ ਵੱਡੀ ਔਂਕੜਿਆ ਬਣੇ ਸਵਈਏ ਦਾ ਪਾਠ ਕਰਨਾ ਹੈ, ਦੁੱਖੜੇ ਦੂਰ ਹੁੰਦੇ ਨੇ। ਮਹਾਨ ਮਹਾਂਪੁਰਖ ਸਿੰਘ ਸਾਹਿਬ ਜਥੇਦਾਰ ਬਾਬਾ ਗੁਰਦਿੱਤ ਸਿੰਘ ਜੀ, ਤਰਨਾ ਦਲ ਮਹਿਤਾ ਚੌਂਕ ਦੇ ਬਾਨੀ ਮਹਾਂਪੁਰਖ, ਜਿਨ੍ਹਾਂ ਦਾ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਬੜਾ ਸਤਿਕਾਰ ਕਰਿਆ ਕਰਦੇ ਸਨ। ਉਹ ਸਵਈਏ ਦਾ ਪਾਠ ਬਹੁਤ ਕਰਿਆ ਕਰਦੇ ਸਨ, ਬਾਰ-ਬਾਰ ਇਹ ਸਵਈਆ ਪੜ੍ਹਿਆ ਕਰਦੇ ਸਨ। ਜਦੋਂ ਕਿਸੇ ਦੇ ਉੱਪਰ ਔਂਕੜਿਆ ਬਾਣੀ ਤੇ ਮਹਾਂਪੁਰਖਾਂ ਨੇ ਇਹ ਸਵਈਏ ਦਾ ਪਾਠ ਕਰਨਾ। ਇੱਕ ਵਾਰੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨ ਕਮਲਾਂ ਦੀ ਸੇਵਾ ਵਿੱਚ ਲੱਗੇ ਹੋਏ ਸੱਚੇ ਪਾਤਸ਼ਾਹ ਦੇ ਦਰਸ਼ਨ ਦੀਦਾਰ ਕਰਦੇ
ਰਾਮਦਾਸ ਸਰੋਵਰ ਦੀਆਂ ਪਰਿਕਰਮਾ ਕਰਦੇ ਪਏ ਸਨ। ਉਸੇ ਹੀ ਸਮੇਂ ਸੰਤ ਬਾਬਾ ਗੁਰਦਿੱਤ ਸਿੰਘ ਜੀ ਤਰਨਾ ਦਲ ਮਹਿਤਾ ਚੌਂਕ ਵਾਲੇ ਮਹਾਂਪੁਰਖ ਉਹ ਵੀ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨ ਪਰਸਦੇ ਪਏ ਸਨ। ਇੱਕ ਪਾਸਿਓਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਆ ਰਹੇ ਨੇ, ਦੂਜੇ ਪਾਸੇ ਮਹਾਂਪੁਰਖ ਬਾਬਾ ਗੁਰਦਿੱਤ ਸਿੰਘ ਜੀ। ਅੰਮ੍ਰਿਤ ਵੇਲੇ ਬਾਬਾ ਗੁਰਬਚਨ ਸਿੰਘ ਜੀ ਨੇ ਦਾਦਾਰ ਕੀਤਾ ਬਾਬਾ ਗੁਰਦਿੱਤ ਸਿੰਘ ਜੀ ਦਾ। ਪੰਜ ਤਿਆਰ ਬਰ ਤਿਆਰ ਗੁਰੂ ਕੇ ਸਿੰਘ, ਚਿਹਰੇ ਦੀ ਨੁਹਾਰ ਵੇਖੀ ਸੰਤਾਂ ਨੇ। ਚਰਨਾਂ ਤੋਂ ਲੈ ਕੇ ਸੀਸ ਤੱਕ ਸਾਰੇ ਰੂਪ ਦਾ ਦਰਸ਼ਨ ਕੀਤਾ। ਤੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਝੋਕੇ ਫਤਿਹ ਗਜਾਈ। ਕਹਿਣ ਲੱਗੇ, ਬਾਬਾ ਜੀ 96 ਕਰੋੜੀ ਪਦ ਦੇ ਉੱਪਰ ਤੁਹਾਨੂੰ ਹੋਣਾ ਚਾਹੀਦਾ ਸੀ। ਤੁਸੀਂ 96 ਕਰੋੜੀ ਮਹਾਂਪੁਰਖ ਚਾਹੀਦੇ ਸਨ। ਐਸਾ ਸੁੰਦਰ ਤੁਹਾਡਾ ਰੂਪ ਤੇ ਤੁਹਾਡੀ ਨੁਹਾਰ ਹੈ। ਇਹ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਉਹਨਾਂ ਮਹਾਂਪੁਰਖਾਂ ਨੂੰ ਬਚਨ ਕੀਤੇ ਸਨ। ਬੜਾ ਸੋਹਣਾ ਸਰੀਰ, ਬਾਲ ਜਤੀ ਮਹਾਂਪੁਰਖ। ਤੇ ਉਹ ਇਹ ਸ਼ਬਦ ਦਾ ਬਹੁਤ ਜਾਪ ਕਰਦੇ। ਕਿਸੇ ਉੱਪਰ ਕੋਈ ਔਂਕੜ ਮਾਰਨੀ, ਕਹਿਣਾ 101 ਚੌਪਈ ਸਾਹਿਬ ਦੇ ਪਾਠ ਕਰਵਾ। ਸਾਰੀ ਰਾਤ ਚੌਪਈ ਸਾਹਿਬ ਦੇ ਪਾਠ ਕਰਨੇ। ਅੰਮ੍ਰਿਤ ਵੇਲੇ ਚੰਡੀ ਦੀ ਵਾਰ ਰੋਗਣ ਤੇ ਅਰ ਸੋਗਣ ਤੇ ਸ਼ਬਦ ਪੜ੍ਹ ਕਰਕੇ ਭੋਗ ਪਾਇਆ ਕਰਦੇ ਸਨ। ਇਹ ਵੀ ਗੁਰੂ ਖਾਲਸਾ ਜੀ ਇੱਕ ਕਵਚ ਹੈ ਜੋ ਗੁਰੂ ਕੇ ਪੰਥ ਖਾਲਸੇ ਦੇ ਵਿੱਚ ਪ੍ਰਸਿੱਧ ਹੈ। ਸੋ ਮਹਾਰਾਜ ਸਾਹਿਬ ਜੀ ਸਰਬਲੋ ਕਵਚ ਆਪ ਗੁਰੂ ਕਿਆਂ ਸਿੱਖ ਸੰਗਤਾਂ ਨੂੰ ਸਰਵਣ ਕਰਵਾਉਂਦੇ ਪਏ ਨੇ। ਮਨ ਬਿਰਤੀਆਂ ਇਕਾਗਰ ਚਿੱਤ ਕਰਕੇ ਪਿਆਰ ਨਾਲ ਸਰਵਣ ਕਰੋ ਜੀ। ਵਾਹਿਗੁਰੂ ਸਾਹਿਬ ਜੀ। ਜਾ ਭਗਵਤ ਅਕਾਰ ਮਕਾਰ ਰਕਾਰ ਅਖਸਰਾਨੀ। ਮਹਾਰਾਜ ਕਲਗੀਧਰ ਜੀ ਸੰਸਕ੍ਰਿਤ ਭਾਸ਼ਾ ਅਨੁਸਾਰ ਲਿਖਦੇ ਪਏ ਨੇ। ਮਹਾਰਾਜ ਕਹਿੰਦੇ ਨੇ, ਜਿਹੜਾ ਭਗਵਾਨ ਅਕਾਰ ਮਕਾਰ ਰਕਾਰ ਇਹਨਾਂ ਤਿੰਨਾਂ ਅੱਖਰਾਂ ਦੇ ਵਿੱਚ ਵਰਤਦਾ ਪਿਆ ਹੈ। ਜਾ ਦਾ ਮੀਨਿੰਗ ਜਿਹੜਾ ਇਹ, ਤੇ ਭਗਵਤ ਦਾ ਮੀਨਿੰਗ ਭਗਵਾਨ ਹੈ। ਜਾ ਦੇ ਉੱਪਰ ਬਿੰਦੀ ਨਹੀਂ ਹੈ। ਆਮ ਗੁਰੂ ਖਾਲਸਾ ਜੀ ਜਦੋਂ ਪੁਰਾਣੇ ਗੁਰੂ ਕੇ ਸਿੱਖ ਗੁਰਮੁਖੀ ਪੜ੍ਹਦੇ ਸਨ, ਉਹ ਕੱਕੇ ਦੇ, ਖੱਖੇ ਦੇ, ਗੱਗੇ, ਘੱਗੇ ਇਤਿਆਦਿਕ ਇਹਨਾਂ ਅੱਖਰਾਂ ਦੇ ਪਿੱਛੇ ਕਾਰ ਲਾਉਂਦੇ ਹੁੰਦੇ ਸੀ। ਕਕਾਰ, ਖਕਾਰ, ਗਕਾਰ ਇੱਦਾਂ ਪੜ੍ਹਦੇ ਸਨ। ਪ੍ਰਕਿਰਤ ਵਿੱਚ ਵੀ ਸੰਸਕ੍ਰਿਤ ਵਿੱਚ ਵੀ ਇੱਦਾਂ ਹੀ ਵਿਦਵਾਨ ਪੜ੍ਹਦੇ ਹੁੰਦੇ ਸਨ। ਮਹਾਰਾਜ ਕਲਗੀਧਰ ਜੀ ਨੇ ਕਾਰ ਪਿੱਛੇ ਲਾਈ ਹੈ, ਕਿਉਂਕਿ ਇਹ ਅੱਖਰਾਂ ਦੇ ਪਿੱਛੇ ਲੱਗਦੀ ਹੈ। ਜਿਵੇਂ ਆਪਾਂ ਕਹਿੰਦੇ ਹਾਂ ਪੰਜ ਕਕਾਰ, ਕਕਾਰ ਦਾ ਮੀਨਿੰਗ ਕੱਕਾ ਹੈ। ਆਕਾਰ ਦਾ ਮੀਨਿੰਗ ਹੈ ਐੜਾ, ਤੇ ਮੁਕਾਰ ਦਾ ਮੀਨਿੰਗ ਹੈ ਮੰਮਾ, ਤੇ ਰਕਾਰ ਦਾ ਮਹਿਣਾ ਹੈ ਰਾਰਾ। ਤਿੰਨੇ ਅੱਖਰ ਜੋੜ ਦਈਏ ਤੇ ਅਮਰ ਬਣ ਜਾਂਦਾ ਹੈ। ਜਿਹੜਾ ਭਗਵਾਨ ਅਮਰ ਹੈ, ਅਕਸਰਾਨੀ ਮੈਨੇ ਅੱਖਰ, ਤਿੰਨਾਂ ਅੱਖਰਾਂ ਨੂੰ ਮੇਲ ਕਰਕੇ ਅਮਰ ਬਣਦਾ ਏ। ਜਿਹੜਾ ਭਗਵਾਨ ਅਮਰ ਹੈ, ਜਿਸ ਭਗਵਾਨ ਦੇ ਤਾਈਂ ਕੋਈ ਮਾਰ ਨਹੀਂ ਸਕਦਾ, ਉਹ ਕੌਣ ਹੈ? ਸਰਬਲੋ ਭਗਵਾਨ। ਉਹ ਭਗਵਾਨ ਨੂੰ ਮੈਂ ਨਮਸਕਾਰ ਕਰਦਾ ਹਾਂ। ਨਮਸਤੁਭਯੰ 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 ਨਮੋ ਨਮః। ਹਾਂ, ਮੈਂ ਨਮਸਕਾਰ ਕਰਦਾ ਹਾਂ ਮਨ ਕਰਕੇ, ਤਨ ਕਰਕੇ, ਬਾਣੀ ਕਰਕੇ, ਕਰਮਾਂ ਕਰਕੇ, ਵਿਦਿਆ ਕਰਕੇ ਮੈਂ ਨਮਸਕਾਰ ਕਰਦਾ ਹਾਂ। ਨਮਸਤੁਭਯੰ ਨਮਸਕਾਰ ਹੈ ਤੇਰੇ ਲਈ ਕਾਰਨ ਸਰੀਰ ਕਰਕੇ। ਨਮਸਤੁਭਯੰ ਨਮਸਕਾਰ ਹੈ ਤੇਰੇ ਲਈ ਸੂਖਮ ਸਰੀਰ ਕਰਕੇ। ਨਮਸਤੁਭਯੰ ਨਮਸਕਾਰ ਹੈ ਤੇਰੇ ਲਈ ਸਥੂਲ ਸਰੀਰ ਕਰਕੇ। ਨਮੋ ਨਮః ਪੁਨਾ ਪੁਨਾ ਤੈਨੂੰ ਨਮਸਕਾਰ ਹੈ। ਇਸ ਤਰੀਕੇ ਦੇ ਨਾਲ ਨਮਸਕਾਰ ਕਰਦੇ ਹਨ। ਇਸੇ ਤਰ੍ਹਾਂ ਆਕਾਰ, ਜਿਹੜਾ ਆਕਾਰ ਨੂੰ ਬਣਾਉਣ ਵਾਲਾ
ਰਜੋ ਗੁਣ ਹੈ। ਇਸੇ ਤਰੀਕੇ ਦੇ ਨਾਲ ਮਕਾਰ ਹੈ। ਮਕਾਰ ਗੁਰੂ ਖਾਲਸਾ ਜੀ ਸਤੋ ਗੁਣ ਦਾ ਨਾਮ ਜਾਣਨਾ ਹੈ, ਤੇ ਰਕਾਰ ਜਿਹੜਾ ਹੈ ਇਹ ਤਮੋ ਗੁਣ ਦਾ ਨਾਮ ਜਾਣਨਾ ਹੈ। ਇਹਨਾਂ ਤਿੰਨਾਂ ਅੱਖਰਾਂ ਤੋਂ ਤਿੰਨਾਂ ਗੁਣਾਂ ਦਾ ਮਹਿਨਾ ਜਾਣਨਾ ਹੈ। ਤ੍ਰੈ ਗੁਣ ਸੰਸਾਰ ਦੇ ਵਿੱਚ ਜਿਹੜਾ ਭਗਵਾਨ ਵਰਤਦਾ ਪਿਆ ਹੈ, ਉਸ ਭਗਵਾਨ ਦੇ ਲਈ ਮੈਂ ਨਮਸਕਾਰ ਕਰਦਾ ਹਾਂ। ਉਹਨੂੰ ਸਰਬ ਲੋਹ ਕਹਿੰਦੇ ਨੇ। ਉਹ ਸਰਬ ਸਾਰੇ ਸੰਸਾਰ ਵਿੱਚ ਤ੍ਰੈ ਪ੍ਰਕਾਰ ਦੀ ਸ੍ਰਿਸ਼ਟੀ ਦੇ ਵਿੱਚ ਲੋਹ ਮੈਨੇ ਪ੍ਰਕਾਸ਼ ਕਰਦਾ ਪਿਆ ਹੈ। ਉਹਨੂੰ ਪੁਨः ਪੁਨः ਨਮਸਕਾਰ ਕਰਦਾ ਹਾਂ। ਜਾ ਭਗਵਤ ਆਤਮ ਰਾਮਸਚ। ਹਾਂ, ਜਿਹੜਾ ਭਗਵਾਨ ਆਤਮ ਆ ਮੈਨੇ ਆਇਆ ਹੋਇਆ ਏ, ਤਮ ਮੈਨੇ ਅਗਿਆਨ ਤੇ ਅਗਿਆਨ ਤੋਂ ਭਾਵ ਲੈਣਾ ਏ ਮਾਇਆ ਦਾ। ਮਾਇਆ ਦੇ ਵਿੱਚ ਆਇਆ ਹੋਇਆ ਏ। ਮਾਇਆ ਦੇ ਵਿੱਚ ਇਦਾਂ ਹੈ ਜਿਵੇਂ ਸੀਸੇ ਵਿੱਚ ਪ੍ਰਤੀਬਿੰਬ ਹੁੰਦਾ ਏ। ਰਾਮਾ ਚ ਮੈਨੇ ਅਤੇ ਤੇ ਰਾਮਾ ਮੈਨੇ ਰਮਿਆ ਹੋਇਆ ਏ, ਅਤੇ ਜੋ ਸਾਰੇ ਸੰਸਾਰ ਦੇ ਵਿੱਚ ਰਮਿਆ ਹੋਇਆ ਹੈ, ਉਸ ਭਗਵਾਨ ਦੇ ਲਈ ਮੈਂ ਨਮਸਕਾਰ ਕਰਦਾ ਹਾਂ। ਇਸੇ ਤਰੀਕੇ ਦੇ ਨਾਲ ਆਤਮ ਦਾ ਅਰਥ ਨਿੱਜੀ ਸਰੂਪ ਵੀ ਕਰਦੇ ਨੇ। ਜੋ ਸਭ ਦਾ ਨਿੱਜ ਸਰੂਪ ਹੈ ਅਤੇ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ, ਤੇ ਇਸ ਭਗਵਾਨ ਦੇ ਲਈ ਨਮਸਕਾਰ ਕਰਦੇ ਹਾਂ। ਉਹ ਨਮਸਕਾਰ ਕਰਨੇ ਦੀ ਯੋਗਿਆ ਹੈ, ਉਸਕੇ लिए मैं नमस्कार करता हूँ। नमस्तुभ्यं 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 नमो नमः। हाँ, नमस्कार है, नमस्कार है, नमस्कार है, नमस्कार है, नमस्कार है। सो आत्म ਦਾ ਅਰਥ ਗੁਰੂ ਖਾਲਸਾ ਜੀ ਮਨ ਵਿੱਚ ਸਮਝਣਾ ਹੈ, ਤੇ ਰਾਮ ਦਾ ਅਰਥ ਰਮਿਆ ਹੋਇਆ। ਜੋ ਮਨ ਦੇ ਵਿੱਚ ਰਮਿਆ ਹੋਇਆ ਹੈ, मन विच आसन संघासन ला करके बैठा है, तिसके लिए मैं नमस्कार करता हूँ। तिस लई मैं नमस्कार करता हूँ, तिस लई मैं नमस्कार करता हूँ। पुनः पुनः नमस्कार है। जा भगवत निर्गुण निरूपश्च। हाँ, जिहड़ा भगवान गुण तो रहत है, ते च मैंने अते ਤੇ ਨਿਰੂਪ ਮੈਨੇ ਰੂਪ ਤੋਂ ਰਹਿਤ ਹੈ। ਕਿਉਂਕਿ ਸੰਸਕ੍ਰਿਤ ਦੀ ਪ੍ਰਥਮ ਵਿਭਕਤੀ ਲੱਗ ਕੇ ਸ਼ਬਦ ਬਣਦਾ ਏ ਨਿਰੂਪਾ, ਤੇ ਨਿਰੂਪਾ ਤੇ ਚ ਨੂੰ ਜਦੋਂ ਇਕੱਠਾ ਕਰਦੇ ਆਂ ਤੇ ਸ਼ਬਦ ਬਣਦਾ ਏ ਨਿਰੂਪਸਚ। ਅਰਥ ਵੇਲੇ ਨਿਰੂਪਾ ਚ, ਨਿਰੂਪਾ ਮੈਨੇ ਜੋ ਰੂਪ ਤੋਂ ਰਹਿਤ, ਤੇ ਚ ਮੈਨੇ ਅਤੇ ਜੋ ਗੁਣ ਤੋਂ ਵੀ ਰਹਿਤ ਹੈ ਤੇ ਰੂਪ ਤੋਂ ਵੀ ਰਹਿਤ ਹੈ। ਜਿੱਥੇ ਰੂਪ ਹੋਣਗੇ ਉਹ ਰੂਪ ਦੇ ਗੁਣ ਵੀ ਹੋਣਗੇ ਤੇ ਔਗਣ ਵੀ ਹੋਣਗੇ। ਮਹਾਰਾਜ ਕਲਗੀਧਰ ਕਹਿੰਦੇ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇ। ਉਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦਾ ਕੋਈ ਚੱਕਰ ਚਿਹਨ ਨਹੀਂ ਹੈ। ਸੁਖਮਨੀ ਸਾਹਿਬ ਦੇ ਵਿੱਚ ਵੀ ਪੰਜਵੇਂ ਪਾਤਸ਼ਾਹ ਕਹਿੰਦੇ ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਿਓ ਗੁਣ ਤੇ ਪ੍ਰਭ ਭਿੰਨ, ਤਿਸਹਿ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ। ਇਹ ਅਕਾਲ ਪੁਰਖ ਪਰਮੇਸ਼ਰ ਦਾ ਰੂਪ, ਅਕਾਲ ਪੁਰਖ ਪਰਮੇਸ਼ਰ ਦਾ ਸਰੂਪ ਕਥਨ ਕੀਤਾ ਹੈ। ਉਸ ਦਾ ਕੋਈ ਵਜੂਦੀ ਰੂਪ ਨਹੀਂ ਹੈ। ਜਿਵੇਂ ਮਨੁੱਖ ਦਾ ਵਜੂਦੀ ਰੂਪ ਹੈ, ਉਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਚੱਕਰ ਚਿਹਨ ਰੂਪ ਰੰਗ ਰੇਖ ਇਤਿਆਦਿਕ ਸਾਰੇ ਵਜੂਦ ਤੋਂ ਰਹਿਤ ਨੇ ਅਤੇ ਗੁਣਾਂ ਤੋਂ ਵੀ ਰਹਿਤ ਨੇ। ਜਿਹੜਾ ਭਗਵਾਨ, ਤਿਸ ਭਗਵਾਨ के लिए मैं नमस्कार करता हूँ, नमस्कार करता हूँ, नमस्कार करता हूँ। पुनः पुनः नमस्कार है। नमस्तुभ्यं 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 नमो नमः। हाँ, पुनः पुनः मैं नमस्कार करता हाँ। जा भगवत सगुण सकारेसु। हाँ, ਜਿਹੜਾ ਭਗਵਾਨ ਨਿਰਾਕਾਰ ਸਰੂਪ ਵੀ ਹੈ, ਨਿਰਗੁਣ ਸਰੂਪ ਵੀ ਹੈ ਤੇ ਸੁਗੁਣ ਸਰੂਪ ਵੀ ਹੈ। ਪਹਿਲਾਂ ਨਿਰਗੁਣ ਬਾਰੇ ਦੱਸਿਆ ਏ ਕਿ ਜਿਹੜਾ ਭਗਵਾਨ ਨਿਰਗੁਣ ਸਰੂਪ ਹੈ ਉਹਦਾ ਕੋਈ ਰੂਪ ਨਹੀਂ ਹੈ।
ਜਿਹੜਾ ਭਗਵਾਨ ਸੁਗੁਣ ਸਰੂਪ ਹੈ, ਸਰਗੁਣ ਸਰੂਪ ਹੈ, ਉਹ ਸਾਰੇ ਆਕਾਰਾਂ ਦੇ ਸਹਿਤ ਤੇ ਸਾਰੇ ਆਕਾਰਾਂ ਦੇ ਵਿੱਚ ਆਇਆ ਹੋਇਆ ਹੈ। ਜਿਵੇਂ ਗੁਰੂ ਖਾਲਸਾ ਜੀ ਇੱਕ ਸੀਸਾ ਹੋਵੇ, ਇੱਕ ਸੀਸੇ ਦੇ ਬਾਹਰ ਹੋਵੇ ਤੇ ਇੱਕ ਸੀਸੇ ਦੇ ਅੰਦਰ ਹੋਵੇ। ਜਿਹੜਾ ਦਰਪਣ ਦੇ ਬਾਹਰ ਹੈ ਉਹਨੂੰ ਬਿੰਬ ਕਹਿੰਦੇ ਨੇ, ਜਿਹੜਾ ਦਰਪਣ ਦੇ ਜਾਂ ਸ਼ੀਸ਼ੇ ਦੇ ਵਿੱਚ ਹੈ ਉਹਨੂੰ ਪ੍ਰਤੀਬਿੰਬ ਕਹਿੰਦੇ ਨੇ। ਸ਼ੀਸ਼ੇ ਨੂੰ ਮਾਇਆ ਸਮਝਣਾ ਹੈ ਤੇ ਪ੍ਰਤੀਬਿੰਬ ਨੂੰ ਪਰਮੇਸ਼ਰ ਦੀ ਜੋਤ ਸਮਝਣਾ ਹੈ। ਮਾਇਆ ਦੇ ਸੰਯੁਕਤ ਜਿਹੜਾ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਜੋਤ ਸਰੂਪ ਹੈ ਉਹਨੂੰ ਸਰਗੁਣ ਕਹਿੰਦੇ ਨੇ, ਜਿਹੜਾ ਬਾਹਰ ਹੈ ਉਹਨੂੰ ਨਿਰਗੁਣ ਕਹਿੰਦੇ ਨੇ। ਪਹਿਲਾਂ ਮਹਾਰਾਜ ਕਲਗੀਧਰ ਜੀ ਕਹਿੰਦੇ ਜਿਹੜਾ ਨਿਰਗੁਣ ਸਰੂਪ ਹੈ ਉਹ ਰੂਪ ਤੋਂ ਰਹਿਤ ਹੈ, ਉਹਦੇ ਲਈ ਮੈਂ ਨਮਸਕਾਰ ਕਰਦਾ ਹਾਂ। ਫਿਰ ਜਾ ਭਗਵਤ ਜਿਹੜਾ ਭਗਵਾਨ ਸਗੁਣ ਮੈਨੇ ਸਰਗੁਣ ਸਰੂਪ ਹੈ ਤੇ ਸ ਆਕਾਰੇ ਸੂ, ਸਾਰੇ ਆਕਾਰਾਂ ਦੇ ਸ ਸਹਿਤ ਹੈ ਤੇ ਸੂ ਮੈਨੇ ਵਿੱਚ, ਜਿਹੜਾ ਸਾਰੇ ਆਕਾਰਾਂ ਦੇ ਵਿੱਚ ਵਿਆਪਕ ਹੈ। ਸੰਸਕ੍ਰਿਤ ਦੇ ਵਿੱਚ ਸੂ ਦਾ ਅਰਥ ਵਿੱਚ ਹੁੰਦਾ ਜੇ ਤੇ ਫਾਰਸੀ ਵਿੱਚ ਸੂ ਦਾ ਅਰਥ ਤਰਫ ਹੁੰਦਾ ਜੀ। ਜਿੱਥੇ ਫਾਰਸੀ ਹੋਵੇ ਉੱਥੇ ਸੂ ਦਾ ਅਰਥ ਤਰਫ ਸਮਝਣਾ ਹੈ, ਜਿੱਥੇ ਸੰਸਕ੍ਰਿਤ ਹੋਵੇ ਉੱਥੇ ਸੂ ਦਾ ਅਰਥ ਵਿੱਚ ਸਮਝਣਾ ਹੈ। ਜਿਹੜਾ ਭਗਵਾਨ ਸਾਰੇ ਆਕਾਰਾਂ ਦੇ ਸਹਿਤ ਤੇ ਸਾਰੇ ਆਕਾਰਾਂ ਦੇ ਵਿੱਚ ਵਿਆਪਕ ਹੈ, ਇਸ ਭਗਵਾਨ ਦੇ ਲਈ ਮੈਂ ਨਮਸਕਾਰ ਕਰਦਾ ਹਾਂ। ਉਹ ਭਗਵਾਨ ਸਰਬਲੋ ਹੈ। ਨਮਸਤੁਭਯੰ 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 ਨਮੋ ਨਮः। हाँ, उस भगवान के लिए मैं नमस्कार करता हूँ, नमस्कार करता हूँ, नमस्कार करता हूँ मन बाणी कर्मा करके ਤੇ ਪੁਨः ਪੁਨः ਮੈਂ ਨਮਸਕਾਰ ਕਰਦਾ ਹਾਂ। ਜਾ ਭਗਵਤ ਅਖਿਲ ਨਿਰਾਕਾਰਸਚ। ਹਾਂ, ਜਿਹੜਾ ਭਗਵਾਨ ਅਖਿਲ ਮੈਨੇ ਸਾਰੇ ਤੇ ਆਕਾਰਾਂ ਤੋਂ ਰਹਿਤ ਹੈ, ਨਿਰ ਆਕਾਰਹ ਅਸਚ। ਇੱਦਾਂ ਵੀ ਗੁਰੂ ਖਾਲਸਾ ਜੀ ਸੰਪਰਦਾਵਾਂ ਵਾਲੇ ਅਰਥ ਕਰ ਲੈਂਦੇ ਨੇ। ਨਿਰਾਕਾਰ ਅਸਚ ਦਾ ਅਰਥ ਸੰਸਕ੍ਰਿਤ ਅਨੁਸਾਰ ਵੇਖਣਾ ਹੋਵੇ ਤੇ ਬਣਦਾ ਏ ਨਿਰਾਕਾਰਹ ਚ ਮੈਨੇ ਅਤੇ। ਜਿਹੜਾ ਭਗਵਾਨ ਸਾਰੇ ਆਕਾਰਾਂ ਤੋਂ ਨਿਰਮੈਨੀ ਰਹਿਤ ਹੈ, ਚ ਪਹਿਲੇ ਲੱਗ ਜਾਏਗਾ। ਅਤੇ ਜਿਹੜਾ ਭਗਵਾਨ ਸਾਰੇ ਆਕਾਰਾਂ ਤੋਂ ਰਹਿਤ ਹੈ, ਤਿਸ ਭਗਵਾਨ ਕੋ ਮੈਂ ਨਮਸਕਾਰ ਕਰਦਾ ਹਾਂ। ਦੂਜਾ ਸੰਪਰਦਾਵਾਂ ਵਿੱਚ ਸਿੱਧਾ ਜਿਹਾ ਅਰਥ ਇੱਦਾਂ ਵੀ ਕਰਦੇ ਨੇ ਵਿਦਵਾਨ, ਨਿਰਾਕਾਰ ਅਸਚ। ਅਸਚ ਮੈਨੇ ਹੈ ਕਰ ਲੈਂਦੇ ਨੇ, ਅਖਲ ਮੈਨੇ ਸਾਰੇ। ਜਿਹੜਾ ਭਗਵਾਨ ਸਾਰੇ ਆਕਾਰਾਂ ਤੋਂ ਰਹਿਤ ਹੈ, ਉਸ ਭਗਵਾਨ ਨੂੰ ਮੈਂ ਨਮਸਕਾਰ ਕਰਦਾ ਹਾਂ। ਨਮਸਤੁਭਯੰ 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 ਨਮੋ ਨਮः। ਹਾਂ, ਤਿਸ ਭਗਵਾਨ ਨੂੰ ਨਮਸਕਾਰ ਹੈ, ਨਮਸਕਾਰ ਹੈ, ਨਮਸਕਾਰ ਹੈ, ਨਮਸਕਾਰ ਹੈ, ਨਮਸਕਾਰ ਹੈ। ਜਾ ਭਗਵਤ ਵਿਸ਼ਵ ਬੈਰਾਟ ਭੂਤ ਗ੍ਰਾਮੇ ਖੂ। ਨਮਸਤੁਭਯੰ 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 ਨਮੋ ਨਮः। ਹਾਂ, ਜਿਹੜਾ ਭਗਵਾਨ ਵਿਸ਼ਵ ਬੈਰਾਟ ਸਰੂਪ ਹੈ। ਵਿਸ਼ਵ ਬੈਰਾਟ ਕਹਿੰਦੇ ਨੇ ਕਿ ਸਾਰਾ ਸੰਸਾਰ ਜਿਸ ਦਾ ਬੈਰਾਟ ਸਰੂਪ ਹੈ, ਜੋ ਸਾਰੇ ਭੂਤ ਨਾਮ ਤੱਤਾਂ ਦਾ ਵੀ ਹੈ ਤੇ ਭੂਤ ਨਾਮ ਜੀਵਾਂ ਦਾ ਵੀ ਹੈ ਤੇ ਗ੍ਰਾਮ ਨਾਮ ਸਾਰੇ ਦਾ ਹੈ। ਖੂਹ ਮੈਨੇ ਵਿੱਚ, ਜਿਹੜਾ ਭਗਵਾਨ ਸਾਰੇ ਜੀਵਾਂ ਦੇ ਵਿੱਚ ਵਿਆਪਕ ਹੈ। ਪਹਿਲੇ ਨਿਰਗੁਣ ਦੀ ਗੱਲ ਕੀਤੀ ਹੈ, ਜਿਹੜਾ ਭਗਵਾਨ ਸਾਰੇ ਆਕਾਰਾਂ ਤੋਂ ਰਹਿਤ ਹੈ ਨਿਰਾਕਾਰ ਕਰਕੇ, ਸਰਗੁਣ ਸਰੂਪ ਕਰਕੇ, ਵਿਸ਼ਵ ਬੈਰਾਟ ਸਰੂਪ ਧਾਰ ਕਰਕੇ, ਜਿਹੜਾ ਭਗਵਾਨ ਗ੍ਰਾਮ ਸਾਰੇ ਭੂਤ ਜੀਵਾਂ ਦੇ ਖੂਹ ਵਿੱਚ ਵਿਆਪਕ ਹੈ, ਤਿਸ ਭਗਵਾਨ ਨੂੰ ਮੈਂ ਨਮਸਕਾਰ ਕਰਦਾ ਹਾਂ, ਨਮਸਕਾਰ ਕਰਦਾ ਹਾਂ। ਪੁਨः ਪੁਨः ਤਿਸ ਭਗਵਾਨ ਦੇ ਲਈ ਮੈਂ ਨਮਸਕਾਰ ਕਰਦਾ ਹਾਂ। ਗੁਰੂ ਖਾਲਸਾ ਜੀ ਵੇਦ ਬਾਣੀ ਵਿੱਚ ਖ ਲਿਖਦੇ ਨੇ ਤੇ ਵਿਆਕਰਨ ਵਾਲੇ ਉਹਨੂੰ ਸ ਕਰਕੇ ਪੜ੍ਹਦੇ ਨੇ। ਜਿਵੇਂ ਬਸੇਖ ਤੇ ਬਸ਼ੇਸ਼, ਕਈ ਦਫਾ ਬਸੇਖ ਖੱਖੇ ਨਾਲ ਲਿਖਦੇ ਨੇ
ਤੇ ਕਈ ਦਫਾ ਵਿਸ਼ੇਸ਼ ਸ਼ ਦੇ ਨਾਲ ਪੜ੍ਹਦੇ ਨੇ। ਵੇਦਾਂ ਵਿੱਚ ਕਹਿੰਦੇ ਖ ਲਿਖਿਆ ਏ ਤੇ ਵਿਆਕਰਨ ਵਾਲੇ ਸ ਕਰਕੇ ਪੜ੍ਹਦੇ ਨੇ। ਭਾਵ ਇਹ ਹੈ ਵੀ ਖੂ ਤੇ ਸੂ ਅਰਥ ਦੋਨਾਂ ਦਾ ਹੀ ਵਿੱਚ ਹੈ। ਲੁਗਾਤਾਂ ਵਿੱਚ ਕੋਸ਼ਾਂ ਵਿੱਚ ਅਰਥ ਕੀਤੇ ਨੇ ਵਿੱਚ, ਪਰ, ਮੇ, ਤੇ ਕਈਆਂ ਨੇ ਇਹ ਵੀ ਮੰਨਿਆ ਵੀ ਇਹ ਸਤਵੀਂ ਵਿਭਕਤੀ ਹੈ। ਕਈ ਵਾਰ ਸੂ ਸ਼ਬਦ ਦੇ ਪਿੱਛੇ ਸ਼ਬਦ ਦੇ ਪਿੱਛੇ ਪ੍ਰਤਿਆ ਰੂਪ ਵਿੱਚ ਵੀ ਆ ਕਰਕੇ ਉਸ ਦਾ ਅਰਥ ਦਿੰਦਾ ਹੈ। ਜਿਵੇਂ ਜਪਿਓ ਸੂ ਭਾਵ ਉਸ ਨੇ ਜਪਿਆ। ਕਿਰਿਆ ਰੂਪ ਦੇ ਵਿੱਚ ਜੇ ਸੂ ਜਾਂ ਖੂ ਲਿਖਿਆ ਹੋਵੇ, ਧਾਰਨ ਕਰਨਾ, ਜਾਣਨਾ, ਪੈਦਾ ਕਰਨਾ ਇਤਿਆਦਿਕ ਅਰਥ ਸੂ ਦਿੰਦਾ ਏ। ਸੋ ਰਹੁ ਵਿਚਾਰ ਇਹ ਸਮਗਰ ਤੁਕ ਦਾ ਅਰਥ ਹੈ, ਜਿਹੜਾ ਭਗਵਾਨ ਸਾਰੇ ਜੀਵਾਂ ਦੇ ਵਿੱਚ ਵਿਸ਼ਵ ਵਿਰਾਟ ਕਹੀਏ ਸਰਗੁਣ ਸਰੂਪ ਕਰਕੇ ਵਿਆਪਕ ਹੈ। ਤਿਸ ਭਗਵਾਨ ਲਈ ਮੈਂ ਨਮਸਕਾਰ ਕਰਦਾ ਹਾਂ, ਪੁਨ੍ਹਾ ਨਮਸਕਾਰ ਕਰਦਾ ਹਾਂ। ਜਾ ਭਗਵਤ ਵੇਦ ਗਰਭੇਸੂ। ਹਾਂ, ਜਿਸ ਭਗਵਾਨ ਦੇ ਗਰਭੇ ਪੇਟ, ਸੂ ਮੈਨੇ ਵਿੱਚ, ਜਿਸ ਭਗਵਾਨ ਦੇ ਪੇਟ ਵਿੱਚ ਸਾਰੇ ਵੇਦ ਹਨ, ਜਿਸ ਭਗਵਾਨ ਦੇ ਪੇਟ ਤੋਂ ਵੇਦ ਪੈਦਾ ਹੋਏ ਹਨ। ਤੇ ਗਰਭੇ ਦਾ ਅਰਥ ਕਾਰਨ ਵੀ ਹੁੰਦਾ ਹੈ। ਜਿਹੜਾ ਭਗਵਾਨ ਵੇਦਾਂ ਦਾ ਕਾਰਨ ਹੈ, ਸੂ ਉਸ ਭਗਵਾਨ ਦੇ ਲਈ ਮੈਂ ਨਮਸਕਾਰ ਕਰਦਾ ਹਾਂ, ਮੈਂ ਨਮਸਕਾਰ ਕਰਦਾ ਹਾਂ। ਇੱਦਾਂ ਵੀ ਅਰਥ ਸਮਝਣਾ ਹੈ। ਜਾ ਭਗਵਤ ਸ਼ਬਦਸਚ ਬ੍ਰਹਮਸਚ ਚਿਦਾਨੰਦਸਚ। ਹਾਂ, ਜਿਹੜਾ ਭਗਵਾਨ ਸ਼ਬਦਹ ਚ ਬ੍ਰਹਮਾ ਚ ਚਿਦਾਨੰਦਹ ਚ, ਇਸ ਤਰੀਕੇ ਦੇ ਨਾਲ ਇਹਨਾਂ ਦੀ ਸੰਧੀ ਵਿਛੇਦ ਕਰਨੀ ਹੈ, ਸੰਧੀ ਦਾ ਵਿਛੇਦ ਕਰਨਾ ਹੈ। ਜਿਹੜਾ ਭਗਵਾਨ ਸ਼ਬਦ ਰੂਪ ਵੀ ਹੈ ਚ, ਅਤੇ ਜਿਹੜਾ ਭਗਵਾਨ ਬ੍ਰਹਮਾ ਬ੍ਰਹਮ ਰੂਪ ਵਿਆਪਕ ਰੂਪ ਵੀ ਹੈ ਚ, ਅਤੇ ਜਿਹੜਾ ਭਗਵਾਨ ਚਿਦ ਕਹੀਏ ਚੇਤਨ ਸਰੂਪ ਵੀ ਹੈ ਤੇ ਆਨੰਦ ਸਰੂਪ ਵੀ ਹੈ। ਚ ਮੈਨੇ ਅਤੇ ਜਿਹੜਾ ਭਗਵਾਨ ਆਨੰਦ ਸਰੂਪ ਵੀ ਹੈ। ਸ਼ਬਦ ਰੂਪ ਹੋ ਕਰਕੇ ਭਗਵਾਨ ਨੇ ਸੰਸਾਰ ਦੀ ਉਤਪਤੀ ਕੀਤੀ ਹੈ। ਨਿਰਾਕਾਰ ਨੇ ਸਭ ਤੋਂ ਪਹਿਲੇ ਓੰਕਾਰ ਸ਼ਬਦ ਬੋਲਿਆ ਤੇ ਸੰਸਾਰ ਪ੍ਰਗਟ ਹੋ ਗਿਆ। ਸ਼ਬਦ ਤੋਂ ਸੰਸਾਰ ਪ੍ਰਗਟ ਹੋਇਆ ਏ। ਜੇ ਰੱਬ ਨਾਲ ਮਿਲਣਾ ਹੋਵੇ ਤੇ ਸ਼ਬਦ ਮਾਧਿਅਮ ਹੀ ਚੁਣਨਾ ਪਵੇਗਾ। ਗੁਰੂ ਨਾਨਕ ਸਾਹਿਬ ਜੀ ਦੇ ਘਰ ਨੇ ਕਿਹਾ, ਇਹ ਸ਼ਬਦ ਗੁਰੂ ਸੁਰਤ ਧੁਨ ਚੇਲਾ। ਗੁਰੂ ਖਾਲਸਾ ਜੀ ਕਈ ਕਹਿ ਦਿੰਦੇ ਆ ਜੀ ਦੇਹ ਧਾਰੀ ਗੁਰੂ ਦੀ ਲੋੜ ਹੈ। ਰੱਬ ਨੇ ਦੇਹ ਤੋਂ ਸੰਸਾਰ ਪ੍ਰਗਟ ਨਹੀਂ ਜੇ ਕੀਤਾ। ਜੇ ਦੇਹ ਤੋਂ ਸੰਸਾਰ ਪ੍ਰਗਟ ਹੋਇਆ ਹੁੰਦਾ ਫਿਰ ਦੇਹ ਦੀ ਲੋੜ ਸੀ, ਦੇਹ ਦੇ ਨਾਲ ਰੱਬ ਨਾਲ ਅਭੇਦ ਹੋਇਆ ਜਾ ਸਕਦਾ ਸੀ। ਰੱਬ ਨੇ ਓੰਕਾਰ ਤੋਂ ਸੰਸਾਰ ਪ੍ਰਗਟ ਕੀਤਾ ਏ ਤੇ ਹੂਅੰ ਸ਼ਬਦ ਕਹਿ ਕਰਕੇ ਸੰਸਾਰ ਨੂੰ ਆਪਣੇ ਵਿੱਚ ਅਭੇਦ ਕਰਦਾ ਹੈ। ਜੋ ਸੰਸਾਰ ਹੈ ਉਹ ਸ਼ਬਦ ਤੋਂ ਪ੍ਰਗਟ ਹੋਇਆ ਹੈ। ਇਸ ਵਾਸਤੇ ਸ਼ਬਦ ਗੁਰੂ ਹੈ। ਸ਼ਬਦ ਦੇ ਮਾਧਿਅਮ ਨਾਲ ਹੀ ਉਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਮਿਲਿਆ ਜਾ ਸਕਦਾ ਹੈ। ਇਸ ਲਈ ਕਲਗੀਧਰ ਕਹਿੰਦੇ ਜਿਹੜਾ ਭਗਵਾਨ ਸ਼ਬਦ ਰੂਪ ਹੈ। ਬ੍ਰਹਮ ਦਾ ਅਰਥ ਹੁੰਦਾ ਇਹ ਵਿਆਪਕ। ਜਿਹੜਾ ਭਗਵਾਨ ਵਿਆਪਕ ਹੈ, ਆਕਾਸ਼ ਵਾਂਗ ਹਰ ਥਾਂ ਤੇ ਮੌਜੂਦ ਹੈ। ਤੇ ਚਿੱਤ ਦਾ ਅਰਥ ਹੁੰਦਾ ਇਹ ਚੇਤਨ। ਚੇਤਨ ਉਹ ਹੁੰਦਾ ਹੈ ਜਿਹੜਾ ਆਪ ਵੀ ਚੱਲੇ ਤੇ ਦੂਜਿਆਂ ਨੂੰ ਵੀ ਚਲਾਵੇ। ਜਿਵੇਂ ਬਿਜਲੀ ਦਾ ਆਪਣਾ ਵੀ ਕਰੰਟ ਹੁੰਦਾ, ਇਹਦੇ ਜੇ ਦੂਜਾ ਹੱਥ ਲਾਵੇ ਨਾ ਉਹਨੂੰ ਵੀ ਉਹ ਚਲਾ ਦਿੰਦੀ ਹੈ ਇੱਕ ਵਾਰ। ਪੱਖਾ ਜੜ ਹੈ, ਬਿਜਲੀ ਵਿੱਚ ਚੇਤਨ ਹੈ। ਬਿਜਲੀ ਆਪਣਾ ਵੀ ਵਜੂਦ ਰੱਖਦੀ ਹੈ ਤੇ ਪੱਖੇ ਨੂੰ ਵੀ ਚਲਾਉਂਦੀ ਹੈ। ਇਸੇ ਤਰ੍ਹਾਂ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦਾ ਆਪਣਾ ਵੀ ਕੋਈ ਵਜੂਦ ਹੈ। ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੀ ਆਪਣੀ ਹੋਂਦ ਹੈ ਤੇ ਉਹ ਸਾਰੇ ਸੰਸਾਰ ਨੂੰ, ਸਾਰੇ ਜੀਵਾਂ ਨੂੰ ਚਲਾਉਂਦਾ ਪਿਆ ਹੈ। ਇਸ ਲਈ ਉਹਨੂੰ ਚੇਤਨ ਕਹਿੰਦੇ ਨੇ। ਕਈਆਂ ਨੇ ਚੇਤਨ ਦਾ ਅਰਥ ਸਵੈ ਪ੍ਰਕਾਸ਼ ਵੀ ਕੀਤਾ ਹੈ। ਜਿਹਦਾ ਪ੍ਰਕਾਸ਼ ਆਪਣੇ ਆਪ ਹੀ ਪ੍ਰਗਟ ਹੋ ਰਿਹਾ ਏ ਉਹਨੂੰ ਵੀ ਚੇਤਨ ਕਹਿੰਦੇ ਨੇ।
ਇਸੇ ਤਰ੍ਹਾਂ ਆਨੰਦ ਸਰੂਪ ਹੈ, ਉਹਨੂੰ ਸਦਾ ਹੀ ਖੁਸ਼ੀ ਹੈ, ਕਦੇ ਗਮੀ ਉਹਦੇ ਨੇੜੇ ਨਹੀਂ ਆਉਂਦੀ। ਵਿਦਵਾਨਾਂ ਨੇ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਮਹਾਂਪੁਰਖਾਂ ਨੇ ਅਰਥ ਕੀਤਾ ਏ ਅਨੰਗ ਦੋ ਨਾਮ ਦੁਈ ਤੋਂ ਅਨੰਗ ਮੈਨੇ ਰਹਿਤ। ਦੋਨਾਂ ਤੋਂ ਰਹਿਤ ਭਾਵ ਇੱਕ, ਜਿਹੜਾ ਇੱਕ ਹੈ ਉਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਹੈ, ਉਸ ਦਾ ਕੋਈ ਸਜਾਤੀ ਵਿਜਾਤੀ ਤੇ ਸੁਗਤ ਭੇਦ ਨਹੀਂ ਹੈ। उस भगवान के लिए मैं नमस्कार करता हूँ। नमस्तुभ्यं 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 नमो नमः। हाँ, नमस मैंने नमस्कार, तुभ्यंग मैंने तिसके लिए, उस भगवान दे लिए मैं नमस्कार करदा हाँ। उस भगवान दे वास्ते मैं नमस्कार करदा हाँ, उस भगवान दे वास्ते मैं झुकदा हाँ। गुरु खालसा जी ਭਗਤ ਜਿਹੜੇ ਨੇ ਉਹ ਪਰਮੇਸ਼ਰ ਨੂੰ ਆਪਣੇ ਵੱਸ ਕਰ ਲੈਂਦੇ ਨੇ। ਉਹਨਾਂ ਦੇ ਕੋਲ ਇੱਕ ਪ੍ਰੇਮ ਦਾ ਧਾਗਾ ਹੈ ਜਿਹਦੇ ਨਾਲ ਉਹ ਰੱਬ ਨੂੰ ਵੀ ਬੰਨ੍ਹ ਲੈਂਦੇ ਨੇ। ਰੱਬ ਵੀ ਉਹਨਾਂ ਦੇ ਪਿੱਛੇ ਲੱਗਿਆ ਫਿਰਦਾ ਹੈ। ਬਾਣੀ ਨੇ ਇਸ ਗੱਲ ਦੀ ਗਵਾਹੀ ਭਰੀ ਹੈ। ਸੰਸਕ੍ਰਿਤ ਦੇ ਵਿੱਚ ਜਿਹੜਾ ਨਮਸਤੁਭਯੰ ਸ਼ਬਦ ਹੈ ਨਾ, ਵਿਦਵਾਨ ਕਹਿੰਦੇ ਨੇ ਕਿ ਜੇ ਆਪਣੇ ਇਸ਼ਟ ਦੇਵ ਨੂੰ ਵੱਸ ਕਰਨਾ ਹੋਵੇ ਤੇ ਇਹ ਸ਼ਬਦ ਉਚਾਰੋ ਪਿਆਰ ਦੇ ਨਾਲ, ਤੁਹਾਡਾ ਇਸ਼ਟ ਦੇਵ ਤੁਹਾਡੇ ਵੱਸ ਹੋ ਜਾਵੇਗਾ। ਵੀ ਇਹ ਭਗਵਾਨ, ਉੱਦਾਂ ਤੇ ਮੈਂ ਮੱਥਾ ਨਹੀਂ ਸੀ ਟੇਕਣਾ, ਤੇਰੇ ਲਈ ਟੇਕਦਾ ਹਾਂ, ਮੈਂ ਝੁਕਿਆ ਹਾਂ ਤੇ ਤੇਰੇ ਲਈ ਝੁਕਿਆ ਹਾਂ। ਇਹ ਨਮਸਤੁਭਯੰ ਦਾ ਅਰਥ ਸੰਸਕ੍ਰਿਤ ਦੇ ਵਿਦਵਾਨਾਂ ਨੇ ਕੀਤਾ ਹੈ। ਆਮ ਸੰਪਰਦਾਵਾਂ ਵਿੱਚ ਅਰਥ ਕਰਦੇ ਨੇ ਨਮਸਕਾਰ ਤੇ ਤੁਭਯੰ ਮੈਨੇ ਤੈਨੂੰ, ਤੈਨੂੰ ਨਮਸਕਾਰ ਹੈ, ਤੈਨੂੰ ਨਮਸਕਾਰ ਹੈ, ਤੈਨੂੰ ਨਮਸਕਾਰ ਹੈ। ਨਮੋ ਨਮਾ ਪੁਨਾ ਪੁਨਾ ਬਾਰ ਬਾਰ, ਤੈਨੂੰ ਨਮਨ ਹੈ, ਤੈਨੂੰ ਨਮਸਕਾਰ ਹੈ। ਜਾ ਭਗਵਤ ਚਿਦ ਗਨ ਸਵੰ ਬ੍ਰਹਮਸਚ। ਹਾਂ, ਜਿਹੜਾ ਭਗਵਾਨ ਚੇਤਨਤਾਈ ਦਾ ਬੱਦਲ ਹੈ। ਗਣ ਦਾ ਅਰਥ ਹੁੰਦਾ ਹੈ ਬੱਦਲ। ਗੁਰੂ ਖਾਲਸਾ ਜੀ, ਆਮ ਬਿਜਲੀ ਬੋਰਡਾਂ ਵਿੱਚ ਵੀ ਬੱਤੀ ਮੁੱਕ ਜਾਂਦੀ ਹੈ, ਉਹਨਾਂ ਨੂੰ ਕੱਟ ਕਰਨਾ ਪੈਂਦਾ ਹੈ। ਆਮ ਗੁਰੂ ਖਾਲਸਾ ਜੀ ਡੈਮਾਂ ਤੇ ਬੱਤੀ ਮੁੱਕ ਜਾਂਦੀ ਹੈ, ਲਿਮਟ ਹੈ। ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਕੋਲੋਂ ਚੇਤਨਤਾ ਮੁੱਕਦੀ ਨਹੀਂ, ਉਹ ਚੇਤਨਤਾ ਦਾ ਬੱਦਲ ਹੈ, ਭੰਡਾਰਾ ਹੈ। 84 ਲੱਖ ਜੂਨਾਂ ਕੀ ਉਹ 100 ਲੱਖ ਜੂਨ ਪੈਦਾ ਕਰ ਲਵੇ ਤਾਂ ਵੀ ਉਹਦੇ ਕੋਲੋਂ ਚੇਤਨ ਸ਼ਕਤੀ ਮੁੱਕਦੀ ਨਹੀਂ ਹੈ। ਡੈਮਾਂ ਦੇ ਉੱਤੇ ਗੁਰੂ ਖਾਲਸਾ ਜੀ ਬੱਤੀ ਮੁੱਕ ਜਾਂਦੀ ਹੈ, ਉਹਦੀ ਇੱਕ ਲਿਮਟ ਹੈ ਵੀ ਆਹ ਡੈਮ ਦੇ ਨਾਲ ਇੰਨੇ ਪਿੰਡ ਇੰਨੇ ਸ਼ਹਿਰ ਚੱਲ ਸਕਦੇ ਨੇ। ਪਰਮੇਸ਼ਰ ਦੀ ਲਿਮਟ ਕੋਈ ਨਹੀਂ ਹੈ। ਉਹ ਚੇਤਨਤਾਈ ਦਾ ਘਣ ਮੈਨੇ ਬੱਦਲ ਹੈ ਤੇ ਸਵੰ ਮੈਨੇ ਆਪਣੇ ਆਪ ਉਹ ਪ੍ਰਗਟ ਹੋਇਆ ਹੈ। ਚ ਮੈਨੇ ਅਤੇ ਤੇ ਬ੍ਰਹਮਾ ਮੈਨੇ ਵਿਆਪਕ ਰੂਪ ਹੈ, ਜਾਂ ਬ੍ਰਹਮ ਅਸਟ ਬ੍ਰਹਮ ਮੈਨੇ ਵਿਆਪਕ ਅਸਟ ਮੈਨੇ ਹੈ। ਉਹ ਵਿਆਪਕ ਸਰੂਪ ਹੈ, ਉਹ ਆਪਣੇ ਆਪ ਪ੍ਰਗਟ ਹੋਇਆ ਹੈ, ਉਹ ਚੇਤਨਤਾਈ ਦਾ ਬੱਦਲ ਹੈ। नमस्तुभ्यं 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 नमो नमः। हाँ, तो इस भगवान के लिए मैं नमस्कार करता हूँ, मैं नमस्कार करदा हाँ, नमस्कार करदा हाँ, पुनः पुनः नमस्कार है। जा भगवत सोहं निज स्वरूपेण। हाँ, ਜਿਹੜਾ ਭਗਵਾਨ ਸੋਹੰਗ ਮੈਨੇ ਸੋਭਦਾ ਹੈ, ਸਰੀਰ ਦੇ ਵਿੱਚ ਸੋਭਦਾ ਹੈ, ਜੋ ਮੇਰਾ ਨਿਜ ਸਰੂਪ ਹੈ, ਤਿਸ ਭਗਵਾਨ ਦੇ ਲਈ ਮੈਂ ਨਮਸਕਾਰ ਕਰਦਾ ਹਾਂ। ਨਮਸਤੁਭਯੰ 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 ਨਮੋ ਨਮः। ਹਾਂ, ਨਮਸਤੁਭਯੰ ਨਮਸਕਾਰ ਕਰਦਾ ਹਾਂ, ਨਮਸਤੁਭਯੰ ਨਮਸਕਾਰ ਕਰਦਾ ਹਾਂ, ਪੁਨਾ ਪੁਨਾ ਨਮਸਕਾਰ ਹੈ। ਜਾ ਭਗਵਤ ਸੋ ਪ੍ਰਕਾਸ਼ ਚਿਦਾਕਾਸ਼ਸਚ। ਹਾਂ, ਜਿਹੜਾ ਭਗਵਾਨ ਸੋ ਪ੍ਰਕਾਸ਼ ਮੈਨੇ ਸਵੈ ਪ੍ਰਕਾਸ਼ ਹੈ। ਚਿਦਾਕਾਸ਼ਸਚ, ਚਿਦਾ ਆਕਾਸ਼ਹ ਚ, ਇਸ ਤਰ੍ਹਾਂ ਇਹਦਾ ਸੰਧੀ ਦਾ ਵਿਛੇਦ ਕਰਨਾ ਹੈ, ਕਿਉਂਕਿ ਇੱਕ ਹੁੰਦੀ ਹੈ ਸੰਧੀ ਤੇ ਇੱਕ ਹੁੰਦੀ ਹੈ ਵਿਛੇਦ। ਸੰਧੀ ਮੈਨੇ ਜੁੜਨਾ, ਵਿਛੇਦ ਮੈਨੇ ਤੋੜਨਾ। ਦੋ ਚਾਰ ਸ਼ਬਦਾਂ ਨੂੰ ਇਕੱਠਿਆਂ ਕਰਕੇ ਉਹਨਾਂ ਦਾ ਇੱਕ ਸ਼ਬਦ ਬਣਾਉਣਾ, ਕਹਿੰਦੇ ਸ਼ਬਦਾਂ ਦੀ ਸੰਧੀ ਹੋ ਗਈ। ਉਹਨਾਂ ਨੂੰ ਤੋੜਨਾ ਅਰਥ ਕਰਨ ਲਈ ਉਹਨੂੰ ਕਹਿੰਦੇ ਆ ਵਿਛੇਦ ਹੋ ਗਿਆ। ਜਿਵੇਂ ਅੰਗਰੇਜ਼ੀ ਦੇ ਵਿੱਚ ਕੁਝ ਅੱਖਰ ਸਾਇਲੈਂਟ ਹੁੰਦੇ ਆ,
ਅਰਥ ਵੇਲੇ ਲੋੜ ਪੈਂਦੀ ਹੈ, ਬੋਲਣ ਵਿੱਚ ਨਹੀਂ ਬੋਲੇ ਜਾਂਦੇ। ਇਸ ਤਰ੍ਹਾਂ ਚਿਦਾ ਆਕਾਸ਼ਾ ਚ ਮੈਨੇ ਅਤੇ ਉਹ ਚੇਤਨ ਸਰੂਪ ਹੈ ਤੇ ਆਕਾਸ਼ ਵਾਂਗ ਸਾਰੇ ਵਿਆਪਕ ਹੈ। ਜਿਵੇਂ ਗੁਰੂ ਖਾਲਸਾ ਜੀ ਅੱਜ ਕੱਲ੍ਹ ਟ੍ਰੇਨਾਂ ਚੱਲਦੀਆਂ ਹੈ ਨਾ, ਤੇ ਟ੍ਰੇਨਾਂ ਉੱਪਰ ਤਾਰ ਲਾਈ ਹੈ, ਉਹ ਤਾਰ ਦੇ ਨਾਲ ਟ੍ਰੇਨ ਘੱਸਦੀ ਹੈ ਤੇ ਟ੍ਰੇਨ ਵਿੱਚ ਬਿਜਲੀ ਆਉਂਦੀ ਹੈ, ਟ੍ਰੇਨ ਦੌੜਦੀ ਹੈ। ਜਿੱਥੇ ਤਾਰ ਹੋਵੇਗੀ ਉੱਥੇ ਟ੍ਰੇਨ ਦੌੜੇਗੀ। ਤਾਰ ਦੀ ਬਿਜਲੀ ਦੀ ਇੱਕ ਲਿਮਟ ਹੈ। ਉਹ ਤਾਰ, ਉਹ ਬਿਜਲੀ ਜਿਸ ਗਾਡਰਾਂ ਦੇ ਉੱਪਰ ਟ੍ਰੇਨ ਚੱਲਣੀ ਹੈ, ਉਹਨਾਂ ਗਾਡਰਾਂ ਦੇ ਉੱਪਰ ਹੀ ਵਿਛੀ ਹੁੰਦੀ ਹੈ। ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੀ ਜਿਹੜੀ ਬਿਜਲੀ ਹੈ ਨਾ, ਚੇਤਨਤਾਈ ਹੈ, ਉਹਦੀ ਲਿਮਟ ਕੋਈ ਨਹੀਂ ਹੈ। ਆਕਾਸ਼ ਵਾਂਗ ਉਹਦੀ ਬਿਜਲੀ ਸਾਰੇ ਥਾਵਾਂ 'ਤੇ ਹੀ ਫੈਲੀ ਹੋਈ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਭਾਵੇਂ ਜੀਵ ਰੂਪੀ ਟ੍ਰੇਨ ਗਾਡਰਾਂ 'ਤੇ ਭੱਜੇ ਤੇ ਭਾਵੇਂ ਬਿਨਾਂ ਗਾਡਰਾਂ ਤੋਂ ਹੀ ਸਮੁੰਦਰਾਂ 'ਤੇ ਭੱਜਿਆ ਫਿਰੇ ਜੀਵ ਰੂਪੀ ਟ੍ਰੇਨ, ਉਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੀ ਜਿਹੜੀ ਚੇਤਨਤਾ ਰੂਪੀ ਬਿਜਲੀ ਹੈ, ਉਹ ਆਕਾਸ਼ਵਤ ਸਾਰੇ ਹੀ ਫੈਲੀ ਹੋਈ ਹੈ। ਨਮਸਤੁਭਯੰ 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 ਨਮੋ ਨਮః। ਹਾਂ, ਤਿਸ ਭਗਵਾਨ ਲਈ ਮੈਂ ਨਮਸਕਾਰ ਕਰਦਾ ਹਾਂ ਮਨ ਕਰਕੇ, ਨਮਸਕਾਰ ਕਰਦਾ ਹਾਂ ਤਨ ਕਰਕੇ, ਨਮਸਕਾਰ ਕਰਦਾ ਹਾਂ ਬਾਣੀ ਕਰਕੇ, ਨਮਨ ਕਰਦਾ ਹਾਂ ਬਚਨਾਂ ਕਰਕੇ, ਨਮਨ ਕਰਦਾ ਹਾਂ ਵਿਦਿਆ ਕਰਕੇ। उस भगवान को बार बार मैं नमन करता हूँ। जा भगवत सुतः सिद्ध निर्विकारश्च। हाँ, जिहड़ा भगवान सुते सिद्ध है वो अपने आप ही प्रगट होया है। जिहड़ा बंदा अपने आप ही राजा बनया होवे ना, वो कई बारी बकारी हो जाता है। महाराज कलगीधर पातशाह जी दे बचन हन। महाराज कहंदे एक मदी दूजा तरन, तीजे अत तन धाम, पाप करे बिन क्यों बचे, बचे बचावे राम। एक बंदा शराबी होवे, एक मदी, दूजा तरन, दूजा जवान होवे, ते तीजा घर विच रुपया होवे, जन्म तो ही मिलिया होवे, पैसिਆਂ ਵਿੱਚ ਖੇਡਦਾ ਹੋਵੇ, ਉਹ ਬੰਦਾ ਪਾਪ ਕਰਦਾ ਏ, ਜ਼ਰੂਰ ਪਾਪ ਕਰਦਾ ਏ। ਰੱਬ ਬਚਾ ਲਵੇ ਤੇ ਬਚਾ ਲਵੇ, ਨਹੀਂ ਤੇ ਉਹ ਪਾਪੀ ਹੁੰਦਾ ਜੀ। ਸੋ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਉਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਸੁਤੇ ਸਿੱਧ ਪ੍ਰਗਟ ਹੋਇਆ ਹੈ। ਉਹਦਾ ਆਪਣਾ ਵਜੂਦ ਹੈ, ਉਹਨੇ ਕਿਸੇ ਕੋਲੋਂ ਵਜੂਦ ਲਿਆ ਨਹੀਂ ਹੈ, ਕਿਸੇ ਦੀ ਆਸਣ ਸਿੰਘਾਸਣ 'ਤੇ ਉਹ ਬੈਠਾ ਨਹੀਂ ਹੈ, ਪਰ ਉਹਦੇ ਵਿੱਚ ਇਹ ਗੁਣ ਹੈ ਵੀ ਉਹ ਵਕਾਰ ਨਹੀਂ ਕਰਦਾ, ਉਹਦੇ ਵਿੱਚ ਵਕਾਰ ਨਹੀਂ, ਉਹ ਵਿਸ਼ੇ ਵਕਾਰਾਂ ਤੋਂ ਨਿਰਰਹਿਤ ਹੈ। ਇਸੇ ਤਰ੍ਹਾਂ ਉਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਸੁਤੇ ਸਿੱਧ ਹੈ, ਵਕਾਰ ਨਾਮ ਬਦਲਣ ਦਾ ਹੈ। ਗੁਰੂ ਖਾਲਸਾ ਜੀ ਉਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਵਿੱਚ ਕੋਈ ਬਦਲਾਵ ਨਹੀਂ ਹੈ, ਉਹ ਬਦਲਾਵ ਤੋਂ ਰਹਿਤ ਹੈ। ਜਿਵੇਂ ਦੁੱਧ ਦਹੀਂ ਬਣ ਜਾਂਦਾ ਹੈ, ਦੁੱਧ ਮਠਿਆਈ ਦਾ ਰੂਪ ਧਾਰ ਲੈਂਦਾ ਹੈ, ਬੰਦਾ ਵੀ ਬਦਲ ਜਾਂਦਾ ਹੈ। ਜਦੋਂ ਰੁਪਈਏ ਹੋਣ ਉਦੋਂ ਉਹਦੇ ਨਾਲ ਮਿਲਾਪ ਹੋਰ ਹਿਸਾਬ ਦਾ ਰੱਖਦਾ ਹੈ, ਜਦੋਂ ਚਲੇ ਜਾਣ ਉਦੋਂ ਮਿਲਾਪ ਹੋਰ ਹਿਸਾਬ ਦਾ ਹੈ। ਪਰ ਉਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਬਦਲਦਾ ਨਹੀਂ ਹੈ। ਜਿਹੜੀ ਮਨ ਦੀ ਬਿਰਤੀ ਹੈ ਇਹ ਪਲਕ ਪਲਕ ਸਮੇਂ ਵਿੱਚ ਬਦਲਦੀ ਹੈ। ਹੁਣ ਹੋਰ ਹੈ, ਕੱਲ ਹੋਰ ਹੈ, ਮਿੰਟ ਬਾਅਦ ਛਿਨ ਵਿਦ ਹੋਰ ਹੁੰਦੀ ਹੈ। ਗੁਰੂ ਖਾਲਸਾ ਜੀ ਤ੍ਰੈ ਤਰੀਕੇ ਦੀ ਬਿਰਤੀ ਹਰੇਕ ਮਨੁੱਖ ਦੇ ਵਿੱਚ ਆਉਂਦੀ ਰਹਿੰਦੀ ਹੈ, ਰਜੋ ਤਮੋ ਤੇ ਸਤੋ। ਤ੍ਰੈਕਾਰ ਦੀ ਬਿਰਤੀ ਹਰੇਕ ਮਨੁੱਖ ਦੀ ਰਹਿੰਦੀ ਹੈ। ਸੋ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਤ੍ਰੈ ਪ੍ਰਕਾਰ ਦੀ ਬਿਰਤੀ ਤੋਂ ਰਹਿਤ ਹੈ, ਕਿਉਂਕਿ ਇਹ ਸੰਸਾਰ ਜਿਹੜਾ ਇਹ ਤ੍ਰੈ ਗੁਣਾ ਹੈ। ਕਦੇ ਕ੍ਰੋਧੀ ਬਿਰਤੀ ਹੈ, ਕਦੇ ਹੱਸਣ ਖੇਡਣ ਦੀ ਬਿਰਤੀ ਹੈ, ਕਦੇ ਕਾਮੀ ਬਿਰਤੀ ਹੈ। ਇਹ ਬਿਰਤੀਆਂ ਗੁਰੂ ਖਾਲਸਾ ਜੀ ਸੰਸਾਰ ਵਿੱਚ ਨੇ, ਉਹਦੇ ਵਿੱਚ ਨਹੀਂ ਹੈ। ਐਸਾ ਵੀ ਅਰਥ ਕਰਦੇ ਨੇ। ਅਸਲ ਵਿੱਚ ਵਿਸ਼ੇ ਤੇ ਵਕਾਰ ਇਹ ਦੋ ਸ਼ਬਦਾਂ ਦਾ ਸਮਾਸ ਹੈ, ਦੋ ਸ਼ਬਦ ਇਕੱਠੇ ਹੋਏ ਨੇ। ਵਿਸ਼ੇ ਗੁਰੂ ਖਾਲਸਾ ਜੀ ਬਾਹਰੀ ਨੇ ਤੇ ਵਕਾਰ ਅੰਤਰੀਵੀ ਹੈ। ਜਦੋਂ ਸੂਖਮ ਤੇ ਸਥੂਲ ਸਰੀਰ ਰਲਦਾ ਏ ਉਦੋਂ ਵਿਸ਼ੇ ਤੇ ਵਕਾਰ। ਇਹ ਅਰਥ ਬੜਾ ਗਹਿਰਾ ਏ।
ਇਹਨੂੰ ਸਮਝਣਾ ਪਏਗਾ। 10 ਇੰਦਰੀਆਂ ਨੇ ਤੇ 10 ਹੀ ਇਹਨਾਂ ਦੇ ਵਿਸ਼ੇ ਨੇ। ਇੱਕ ਇੰਦਰੀ ਦਾ ਜੋ ਕੰਮ ਹੈ ਉਹਨੂੰ ਵਿਸ਼ਾ ਕਹਿੰਦੇ ਨੇ। ਜਿਵੇਂ ਅੱਖ ਹੈ, ਅੱਖ ਦਾ ਕੰਮ ਹੈ ਵੇਖਣਾ, ਤੇ ਵਿਦਵਾਨ ਕਹਿੰਦੇ ਨੇ ਅੱਖ ਦਾ ਵਿਸ਼ਾ ਹੈ ਦੇਖਣਾ। ਕੰਨ ਹੈ, ਕੰਨ ਦਾ ਵਿਸ਼ਾ ਹੈ ਸੁਣਨਾ, ਤੇ ਵਿਦਵਾਨ ਕਹਿੰਦੇ ਨੇ ਕੰਨ ਦਾ ਵਿਸ਼ਾ ਹੈ ਸੁਣਨਾ, ਕੰਨ ਦਾ ਕੰਮ ਹੈ ਸੁਣਨਾ। ਹੱਥ ਦਾ ਵਿਸ਼ਾ ਹੈ ਪਕੜਨਾ, ਹੱਥ ਦਾ ਕੰਮ ਹੈ ਪਕੜਨਾ, ਤੇ ਵਿਦਵਾਨਾਂ ਦੀ ਬੋਲੀ ਵਿੱਚ ਹੱਥ ਦਾ ਵਿਸ਼ਾ ਹੈ ਪਕੜਨਾ। 10 ਗੁਰੂ ਖਾਲਸਾ ਜੀ ਵਿਸ਼ੇ ਹਨ। ਅੱਖ ਦੇਖਦੀ ਪਈ ਹੈ, ਮਨ ਦੇਖਣ ਵਿੱਚ ਲੱਗਾ ਹੈ, ਦੇਖਣ ਦੀ ਬਿਰਤੀ ਚੱਲਦੀ ਪਈ ਹੈ। ਸੰਸਾਰ ਦਾ ਭਰਾ ਬੁਲਾ ਮਨ ਦੇਖਦਾ ਪਿਆ ਹੈ। ਇਧਰੋਂ ਆਵਾਜ਼ ਪਈ ਹੈ ਕੰਨ ਵਿੱਚ, ਮਨ ਦੇਖਣੋਂ ਹਟ ਗਿਆ ਹੈ ਤੇ ਸੁਣਨ ਵੱਲ ਲੱਗ ਗਿਆ ਹੈ। ਮਨ ਦੀ ਬਿਰਤੀ ਬਦਲ ਗਈ ਹੈ, ਮਨ ਦੀ ਬਿਰਤੀ ਵਿੱਚ ਬਦਲਾਵ ਆ ਗਿਆ ਹੈ। ਪਹਿਲਾਂ ਦੇਖਣ ਵਾਲੀ ਬਿਰਤੀ ਸੀ, ਹੁਣ ਸੁਣਨ ਵਾਲੀ ਬਿਰਤੀ ਹੋ ਗਈ ਹੈ। ਵਿਸ਼ੇ ਨੂੰ ਵੇਖ ਕਰਕੇ ਮਨ ਦੀ ਬਿਰਤੀ ਵਿੱਚ ਵਕਾਰ ਮੀਨਿੰਗ ਬਦਲਾਵ ਆਉਂਦਾ ਹੈ, ਉਹਨੂੰ ਕਹਿੰਦੇ ਆ ਵਿਸ਼ੇ ਵਕਾਰ। ਗੁਰੂ ਖਾਲਸਾ ਜੀ 10 ਵਿਸ਼ਿਆਂ ਨੂੰ ਵੇਖ ਕਰਕੇ ਮਨ ਦੀ ਬਿਰਤੀ ਬਦਲਦੀ ਹੈ। ਉਹ ਵਕਾਰ 5 ਪ੍ਰਕਾਰ ਦੇ ਨੇ, ਉਹਨੂੰ ਕਹਿੰਦੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਕਈ ਵਾਰ ਬੰਦਾ ਅੱਖ ਨਾਲ ਮਿੱਤਰ ਨੂੰ ਵੇਖਦਾ ਏ, ਮਨ ਵਿੱਚ ਮੋਹ ਆਉਂਦਾ ਏ। ਅੱਖ ਦੇ ਨਾਲ ਵੈਰੀ ਨੂੰ ਵੇਖ ਲਵੇ ਤੇ ਮਨ ਵਿੱਚ ਕ੍ਰੋਧ ਆਉਂਦਾ ਏ। ਵਿਸ਼ੇ ਨਾਲ ਬਿਰਤੀ ਬਦਲਦੀ ਹੈ, ਉਹਨੂੰ ਕਹਿੰਦੇ ਵਿਸ਼ੇ ਵਕਾਰ। ਇਹ ਅਰਥ ਸਵਾਮੀ ਨਿਰਮਲ ਚੇਤਨ ਜੀ, ਜਿਨ੍ਹਾਂ ਦੇ ਕੋਲੋਂ ਦਾਸ ਨੇ ਵਿਚਾਰ ਚੰਦਰੋਦੇ ਦੇ ਵਿਚਾਰ ਸਾਗਰ ਪੜ੍ਹਿਆ ਏ, ਉਹਨਾਂ ਮਹਾਂਪੁਰਖਾਂ ਨੇ ਇਹ ਵਿਸ਼ੇ ਤੇ ਵਕਾਰ ਦਾ ਅਰਥ ਕੀਤਾ ਸੀ। ਬੜੇ ਗੂੜ ਗਿਆਨੀ ਆਤਮ ਵੇਤੇ ਉਹ ਮਹਾਂਪੁਰਖ ਸਨ। ਵਾਹਿਗੁਰੂ ਅਕਾਲ ਪੁਰਖ ਦਾ ਮਾਣੀ ਨਹੀਂ ਤੇ ਉਹਦੇ 'ਚ ਵਕਾਰ ਕਿੱਥੋਂ ਆਵੇਗਾ। ਗੁਰੂ ਖਾਲਸਾ ਜੀ ਉਹ ਸੁਤੇ ਸਿੱਧ ਪ੍ਰਗਟ ਹੋਇਆ ਏ, ਚ ਅਤੇ ਵਕਾਰਾਂ ਤੋਂ ਨਿਰਰਹਿਤ ਹੈ, ਇਸ ਭਗਵਾਨ ਕੇ ਲਿਏ नमस्तुभ्यं 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 नमो नमः। इस भगवान के लिए नमस्कार है, नमस्कार है, नमस्कार है, पुनः पुनः नमस्कार है। जा भगवत अशार अनादेसु। हाँ, ਜਿਹੜਾ ਭਗਵਾਨ ਛਲਨ ਤੋਂ ਰਹਿਤ ਤੇ ਅਨਾਦੇ ਸੂ ਦਾ ਅਰਥ ਹੈ ਵਿੱਚ, ਜਿਹੜਾ ਭਗਵਾਨ ਅਨਾਦੀ ਅਵਸਥਾ ਵਿੱਚ ਪ੍ਰਾਪਤ ਹੈ। ਸੰਸਾਰ ਵਿੱਚ ਵਿਦਵਾਨਾਂ ਨੇ 6 ਚੀਜ਼ਾਂ ਅਨਾਦੀ ਮੰਨੀਆਂ ਨੇ। ਅਨਾਦੀ ਦਾ ਅਰਥ ਕਰਦੇ ਨੇ ਅਨ ਆਦੀ, ਜਿਹਦਾ ਆਦ ਨਹੀਂ। ਅਨ ਮੈਨੇ ਰਹਿਤ, ਆਦ ਮੈਨੇ ਮੁੱਢ, ਮੁੱਢ ਤੋਂ ਰਹਿਤ। ਹਰੇਕ ਬੰਦੇ ਦਾ ਮੁੱਢ ਹੈ, ਉਹਦਾ ਜਨਮ ਦਿਨ ਹੈ। ਸੰਸਾਰ ਵਿੱਚ 6 ਚੀਜ਼ਾਂ ਨੇ, ਉਹਨਾਂ ਦਾ ਆਦ ਨਹੀਂ ਕੋਈ ਲੱਭ ਸਕਿਆ। ਜੀਵ ਕਦੋਂ ਬਣਿਆ, ਈਸ਼ ਕਦੋਂ ਬਣਿਆ, ਰੱਬ ਕਦੋਂ ਬਣਿਆ, ਮਾਇਆ ਕਦੋਂ ਬਣੀ, ਜੀਵ ਈਸ਼ ਦਾ ਭੇਦ ਕਿਵੇਂ ਪਿਆ, ਜੀਵ ਜੀਵ ਦਾ ਪਰਸਪਰ ਭੇਦ ਕਦੋਂ ਪਿਆ, ਇਹ 6 ਚੀਜ਼ਾਂ ਦਾ ਆਦ ਕੋਈ ਨਹੀਂ ਲੱਭ ਸਕਿਆ। ਇਹ ਅਨਾਦੀ ਚੀਜ਼ਾਂ ਨੇ। ਉੱਦਾਂ ਗੁਰੂ ਖਾਲਸਾ ਜੀ 2 ਚੀਜ਼ਾਂ ਅਨਾਦੀ ਨੇ ਇਹਨਾਂ 6 ਵਿੱਚੋਂ। ਇੱਕ ਰੱਬ, ਉਹਦਾ ਕਿਸੇ ਨੇ ਆਦ ਨਹੀਂ ਲੱਭਾ। ਰੱਬ ਕਦੋਂ ਪੈਦਾ ਹੋਇਆ, ਇਸ ਲਈ ਉਹਨੂੰ ਕਿਹਾ ਮਹਾਰਾਜ ਨੇ ਸਹਿ ਭੰਗ, ਉਹ ਸੁਤੇ ਸਿੱਧ ਪ੍ਰਗਟ ਹੋਇਆ ਹੈ। ਦੂਜੀ ਮਾਇਆ, ਮਾਇਆ ਕਦੋਂ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੇ ਪ੍ਰਗਟ ਕੀਤੀ, ਇਹਦਾ ਵੀ ਕਿਸੇ ਨੇ ਆਦ ਨਹੀਂ ਜੇ ਲੱਭਾ। ਬਾਬਾ ਜੀ ਨੇ ਬਾਣੀ ਵਿੱਚ ਲਿਖਿਆ ਜਾ ਕਰਤਾ ਸਿਰਠੀ ਕੋ ਸਾਜੇ, ਆਪੇ ਜਾਣੈ ਸੋਈ। ਜਿਹਨੇ ਸੰਸਾਰ ਨੂੰ ਰਚਿਆ ਏ ਉਹ ਆਪ ਹੀ ਜਾਣਦਾ ਏ ਕਿ ਸੰਸਾਰ ਦੀ ਰਚਨਾ ਕਦੋਂ ਹੋਈ, ਮਾਇਆ ਕਦੋਂ ਪ੍ਰਗਟ ਹੋਈ ਹੈ। ਮਾਇਆ ਪ੍ਰਵਾਹ ਕਰਕੇ ਅਨਾਦੀ ਹੈ। ਕਈ ਵਾਰ ਗੁਰੂ ਖਾਲਸਾ ਜੀ ਮਾਇਆ ਪ੍ਰਗਟ ਰੂਪ ਵਿੱਚ ਵਰਤਦੀ ਹੈ, ਕਈ ਵਾਰ ਮਾਇਆ ਤੁੱਛ ਰੂਪ ਹੋ ਕਰਕੇ ਵਰਤਦੀ ਹੈ। ਜਦੋਂ ਸੰਸਾਰ ਦੀ ਉਤਪੱਤੀ ਹੈ, ਹੁਣ ਮਾਇਆ ਜਿਹੜੀ ਖਿੜੀ ਹੋਈ ਵਰਤਦੀ ਪਈ ਹੈ। ਜਦੋਂ ਪਰਲੈ ਹੋ ਜਾਂਦੀ ਹੈ, ਉਦੋਂ ਗੁਰੂ ਖਾਲਸਾ ਜੀ ਛੋਟੀ ਜੀ ਹੋ ਕੇ ਮਾਇਆ ਵਰਤਦੀ ਹੈ। ਚਿਹਰੇ ਉੱਪਰ ਇੱਕ ਤਿਨਕਾ ਹੋਵੇ ਨਾ ਛੋਟਾ ਜਿਹਾ, ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਸਰੀਰ ਵਿੱਚ ਮਾਨੋ ਮਾਇਆ ਤਿਨਕੇ ਜਿੱਡੀ ਹੈ। ਇਹ ਵਿਦਵਾਨਾਂ ਨੇ
ਗੁਰੂ ਖਾਲਸਾ ਜੀ ਧਾਰਮਿਕ ਗ੍ਰੰਥਾਂ ਵਿੱਚ ਲਿਖਿਆ ਹੈ। ਸੋ ਜਿਹੜਾ ਭਗਵਾਨ ਅਨਾਦਿ ਅਵਸਥਾ ਦੇ ਸੂਗਈਏ ਵਿੱਚ ਪ੍ਰਾਪਤ ਹੈ, ਜਿਸ ਭਗਵਾਨ ਨੂੰ ਛਲਿਆ ਨਹੀਂ ਜਾ ਸਕਦਾ, ਤਿਸ ਭਗਵਾਨ ਦੇ ਲਈ ਨਮਸਤੁਭਯੰ 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 ਨਮੋ ਨਮః। ਨਮਸਕਾਰ ਕਰਦਾ ਹਾਂ ਮਨ ਕਰਕੇ, ਬਾਣੀ ਕਰਕੇ, ਤਨ ਕਰਕੇ, ਕਰਮਾਂ ਕਰਕੇ, ਵਿਦਿਆ ਕਰਕੇ ਮੈਂ ਨਮਨ ਨਮਸਕਾਰ ਕਰਦਾ ਹਾਂ। ਇਸ ਤਰੀਕੇ ਨਾਲ ਮਹਾਰਾਜ ਸਾਹਿਬ ਜੀ ਇਹ ਅਸਤੋਤਰ ਉਚਾਰਨ ਕਰਦੇ ਪਏ ਹਨ। ਜਾ ਭਗਵਤ ਅਸ਼ਰ ਅਨਾਦੇਸੂ ਨਮਸਤੁਭਯੰ 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 ਨਮੋ ਨਮః। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।